ਸਾਬਕਾ मैं तुहानूं पहलां कहा कि एक ठेकेदार की शिकायत ते कार्रवाई हुई है। जे मंत्री भी ਇਹਦੇ ਵਿੱਚ ਰਲੇ ਹੋਣਗੇ, ਕਈ ਮੰਤਰੀਆਂ ਦੇ ਨਾਲ ਉਹਨਾਂ ਦਾ ਬੜਾ ਨੇੜਲਾ ਸੰਬੰਧ ਸੀਗਾ। ਬਸ ਸਰ ਮੈਂ ਤਾਂ ਤੁਹਾਨੂੰ ਵੀ ਪਤਾ ਕਿਹੜੇ ਕਿਹਦੇ ਨਾਲ ਕੰਮ ਕੀਤਾ ਉਹਨਾਂ ਨੇ। ਸਰ ਤੁਹਾਨੂੰ ਪਤਾ ਕਿਹੜੇ ਕਿਹੜੇ ਮਹਿਕਮੇ ਦੇ ਆ, ਸਮਝਦੇ ਕਿ ਗੱਲ। ਆਪ ਹੀ ਉਹ ਸੋਨਾ ਵੇਖਣ, ਰਾਜਾ ਵੜਿੰਗ ਜੀ ਆਪ ਹੀ ਸੋਨਾ ਵੇਖਣ, ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਨੇ। ਉਹ ਪੰਜਾਬ ਦੇ ਲੋਕਾਂ ਨੂੰ ਦੱਸਣ, ਬੋਲਣਾ ਚਾਹੀਦਾ ਉਹਨਾਂ ਨੂੰ, ਹੁਣੇ ਪੀਸੀ ਕਰਨੀ ਚਾਹੀਦੀ ਆ ਕਿ ਅਫਸਰ ਸਾਡੀ ਮਤਲਬ ਸਰਕਾਰ ਦੇ ਵਿੱਚ ਰਿਹਾ ਜੀ ਤੇ 12 ਕਿਲੋ ਸੋਨਾ, ਇੰਨੀ ਚਾਂਦੀ, ਇੰਨੇ ਪੈਸੇ, ਇੰਨੇ ਮੋਬਾਈਲ, ਇੰਨੀਆਂ ਸ਼ਰਾਬ ਦੀਆਂ ਬੋਤਲਾਂ, ਕਿਸੇ ਦਾ ਜਵਾਨ ਪੁੱਤ ਮਰ ਜਾਂਦਾ। ਜਾਓ ਜੋ ਮਰਜ਼ੀ ਕਰੋ, ਅਫਸੋਸ ਕਰੋ, ਪਰ ਸਰ ਰਾਜਨੀਤੀ ਮਤ ਕਰੋ। ਉਧਰ ਅੱਜ ਆਈਏ ਸੰਜੇ ਪੋਪਲੀ ਦੇ ਘਰ ਕਾਂਗਰਸ ਦੇ ਲੀਡਰ ਵੀ ਪਹੁੰਚੇ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਕਾਂਗਰਸ ਪਾਰਟੀ ਨੇ ਕਾਰਤਿਕ ਦੀ ਮੌਤ ਤੇ ਦੁੱਖ ਜਤਾਇਆ ਔਰ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਘੇਰਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਚੀਜ਼ ਦਾ ਨਾਟਕੀਕਰਨ ਕਰ ਰਹੀ ਹੈ, ਹਰ ਚੀਜ਼ ਦਾ ਨਾਟਕੀਕਰਨ ਕਰ ਦਿੱਤਾ ਗਿਆ। ਇਹ ਬਿਆਨ ਰਾਜਾ ਵੜਿੰਗ ਵੱਲੋਂ ਦਿੱਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਨਾਟਕੀਕਰਨ ਲੋਕਾਂ ਦੀ ਜ਼ਿੰਦਗੀ ਤੇ ਭਾਰੀ ਪੈ ਰਿਹਾ ਹੈ, ਲੋਕਾਂ ਦੀ ਜ਼ਿੰਦਗੀ ਤੇ ਸਰਕਾਰ ਦਾ ਨਾਟਕੀਕਰਨ ਭਾਰੀ ਪੈ ਰਿਹਾ ਹੈ। ਇਹ ਬਿਆਨ ਰਾਜਾ ਵੜਿੰਗ ਵੱਲੋਂ ਦਿੱਤਾ ਗਿਆ ਸੰਜੇ ਪੋਪਲੀ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ। बड़ा संगीन मसला है ऑन ह्यूमैनिटेरियन ग्राउंड्स। ਅਸੀਂ ਪਰਿਵਾਰ ਦੇ ਨਾਲ ਉਹਨਾਂ ਦੇ ਮਦਰ ਦੀ ਵੀਡੀਓ ਦੇਖ ਕੇ ਅਸੀਂ ਇੱਥੇ ਅਫਸੋਸ ਕਰਨ ਵਾਸਤੇ ਆਏ। ਇਸ ਤੋਂ ਵੱਧ ਅਸੀਂ, ਕਿਉਂਕਿ ਇਹ ਇੱਕ ਬੜਾ ਨਾਜ਼ੁਕ ਮਸਲਾ ਹੈ, ਇਹਦੇ ਇਸ ਤੋਂ ਵੱਧ ਅਜੇ ਅਸੀਂ ਕੋਈ ਗੱਲ ਕਹਿਣਾ ਨਹੀਂ ਚਾਹੁੰਦੇ। ਐਟ ਅ ਲੇਟਰ ਸਟੇਜ ਵੀ ਵਿਲ ਟਾਕ ਅਬਾਊਟ ਇਟ। ਅਜੇ ਇਸ ਕੰਮ ਨੂੰ ਥੋੜਾ ਜਿਹਾ ਟਾਈਮ ਪੈ ਲੈਣ ਦਿਓ, ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣ। ਪਰਿਵਾਰ ਨੇ ਕੁਝ ਦੱਸਿਆ ਕਿ ਕੀ ਹੋਇਆ? ਨਹੀਂ ਮੈਂ ਕੁਝ ਨਹੀਂ ਦੱਸ ਸਕਦਾ। ਵੀ ਕੈਨਟ ਡਿਸਕਲੋਜ਼ ਐਨੀਥਿੰਗ, ਇਟ ਇਜ਼ ਟੂ ਸੈਂਸਿਟਿਵ। ਸਰਕਾਰ ਲਗਾਤਾਰ ਪ੍ਰੈਸ ਕਾਨਫਰੰਸ ਕਰਕੇ ਦੱਸ ਰਹੀ ਹੈ ਕਿ ਬਹੁਤ ਵੱਡੀਆਂ ਰਿਕਵਰੀਆਂ ਹੋਈਆਂ ਨੇ। ਸਰਕਾਰ ਜੋ ਮਰਜ਼ੀ ਕਹਿੰਦੀ ਰਹੇ, ਅਸੀਂ ਆਪਣਾ ਹਿਊਮੈਨਿਟੇਰੀਅਨ ਜਿਹੜਾ ਸਾਡਾ ਫਰਜ਼ ਸੀ ਅਸੀਂ ਉਹ ਪੂਰਾ मारने से लेके जा रहे हैं। लेकिन बिजनेस कह रही है कि वो गलत है। आई एम एन आई विटनेस। मेरे मैनू खड़ा करके मारा गया, मेरे खड़ा करके नहीं मैनू ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ ਜਿਹੜਾ ਐਲੀਗੇਸ਼ਨ ਲਾਇਆ ਹੈ ਕਿ ਮੇਰੇ ਬੇਟੇ ਨੂੰ ਮਾਰਿਆ ਗਿਆ, ਮੇਰੇ ਬੇਟੇ ਨੂੰ ਮਾਰਿਆ ਗਿਆ। ਤੇ ਸੰਜੇ ਪੋਪਲੀ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਮਾਰਿਆ ਗਿਆ। ਹਾਲਾਂਕਿ ਵਿਜੀਲੈਂਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਉਸ ਟਾਈਮ ਨਿਕਲ ਚੁੱਕੇ ਸੀ ਜਦ ਕਾਰਤਿਕ ਪੋਪਲੀ ਨੇ ਗੋਲੀ ਚਲਾਈ। ਹਾਲਾਂਕਿ 6 ਫੇਜ਼ ਤੋਂ ਇਹਨਾਂ ਨੂੰ ਹੁਣ ਲੈ ਕੇ ਜਾਇਆ ਜਾ ਰਿਹਾ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਐਕਸਕਲੂਸਿਵ ਗੱਲਬਾਤ ਜਿਹੜੀ ਹੈ ਸੰਜੇ ਪੋਪਲੀ ਨੇ ਕੀਤੀ ਹੈ ਸਾਡੇ ਨਾਲ। ਉਹਨਾਂ ਨੇ ਕਿਹਾ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਹੈ, ਕਾਰਤਿਕ ਪੋਪਲੀ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਹੈ। ਹਾਲਾਂਕਿ ਉਹ ਕਹਿੰਦੇ ਨਜ਼ਰ ਆ ਰਹੇ, ਲੇਕਿਨ ਪੁਲਿਸ ਜਿਹੜੀ ਹੈ ਉਹ ਫਟਾਫਟ ਬਚਾਉਂਦੀ ਨਜ਼ਰ ਆ ਰਹੀ ਹੈ ਤੇ ਇਹਨੂੰ ਇੱਥੋਂ ਲੈ ਕੇ ਜਾਇਆ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ ਸੰਜੇ ਪੋਪਲੀ ਦੇ ਤਸਵੀਰਾਂ ਨੇ ਜਿੱਥੇ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ। ਸੰਜੇ ਪੋਪਲੀ ਨੂੰ ਹੁਣ ਐਂਬੂਲੈਂਸ 'ਚ ਲੈ ਕੇ ਜਾਇਆ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ। ਹਾਲਾਂਕਿ ਹੁਣ ਪੁਲਿਸ ਜਿਹੜੀ ਹੈ ਉਹ मैनू मार रहे they will kill me। ਤਾਂ ਸੰਜੇ ਪੋਪਲੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਤੇ ਸੰਜੇ ਪੋਪਲੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੁਝੇ ਮਾਰੇ ਤੇ ਮੇਰੇ ਸਾਹਮਣੇ ਜਿਹੜਾ ਹੈ ਮੇਰੇ ਬੇਟੇ ਨੂੰ ਗੋਲੀ ਮਾਰੀ ਗਈ ਹੈ। ਉਹਨਾਂ ਵੱਲੋਂ ਨਿਊਜ਼ 18 ਤੇ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਮੇਰੇ ਸਾਹਮਣੇ ਮੇਰੇ ਬੇਟੇ ਨੂੰ ਗੋਲੀ ਮਾਰੀ ਗਈ ਹੈ। ਹਾਲਾਂਕਿ ਮੈਡੀਕਲ ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਅਨਫਿਟ ਸੀਗੇ ਜਿਸ ਕਰਕੇ ਉਹਨਾਂ ਨੂੰ ਇੱਥੇ ਐਡਮਿਟ ਕਰਾਇਆ ਸੀਗਾ। ਹਾਲਾਂਕਿ ਉਹਨੂੰ ਇੱਥੇ ਲੈ ਕੇ ਜਾਇਆ ਜਾ ਰਿਹਾ ਜਿੱਥੇ 32 ਕਿਹਾ ਜਾ ਰਿਹਾ ਕਿ 32 ਹਸਪੀਟਲ ਨੂੰ ਲੈ ਕੇ ਜਾਇਆ ਜਾ ਰਿਹਾ ਜਾਂ ਫਿਰ ਕੋਰਟ 'ਚ ਪੇਸ਼ ਕੀਤਾ ਜਾਏਗਾ। ਜੁਡੀਸ਼ੀਅਲ ਦੀ ਗੱਲ ਕੀਤੀ ਜਾ ਰਹੀ ਕਿ ਜੁਡੀਸ਼ੀਅਲ ਜਿਹੜਾ ਇਹਨਾਂ ਨੂੰ ਭੇਜਿਆ ਜਾਏਗਾ। ਮੋਹਾਲੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਤਾਂ ਸੰਜੇ ਪੋਪਲੀ ਨੂੰ ਹੁਣ ਮੈਡੀਕਲ ਚੈੱਕਅਪ ਦੇ ਲਈ ਮੋਹਾਲੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਅਸੀਂ ਤੁਹਾਨੂੰ ਉਹ ਸਾਰਾ ਸੀਕੁਐਂਸ ਦੁਬਾਰਾ ਫਿਰ ਦਿਖਾਉਂਦੇ ਹਾਂ। ਸਾਡੇ ਸਹਿਯੋਗੀ ਮਨੋਜ ਰਾਠੀ ਇਸ ਨੂੰ ਕਵਰ ਕਰ ਰਹੇ ਸੀ। ਸੰਜੇ ਪੋਪਲੀ ਨੂੰ ਲੈ ਕੇ ਆਂਦਾ ਗਿਆ ਸੀ ਮੋਹਾਲੀ ਦੇ 6 ਫੇਜ਼ ਹਸਪੀਟਲ ਔਰ ਜਾਣ ਲੱਗੇ ਉਹਨਾਂ ਨੇ ਇਹ ਗੱਲ ਕਹੀ ਹੈ। ਪੂਰੀ ਗੱਲਬਾਤ ਉਹਨਾਂ ਨੇ ਕੀ ਕਹੀ ਹੈ ਅਸੀਂ ਤੁਹਾਨੂੰ ਦੁਬਾਰਾ ਸੁਣਾਵਾਂਗੇ। ਜਾਣ ਲੱਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਉੱਥੇ ਮੌਜੂਦ ਸੀ ਔਰ ਮੇਰੇ ਸਾਹਮਣੇ ਮੇਰੇ ਬੇਟੇ ਨੂੰ ਮਾਰਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਮੇਰੇ ਬੇਟੇ ਨੂੰ ਮਾਰਿਆ ਗਿਆ ਹੈ। ਤੁਹਾਨੂੰ ਇੱਕ ਵਾਰੀ ਸੁਣਾਉਂਦੇ ਹਾਂ ਅਸੀਂ ਕੀ ਕੁਝ ਕਿਹਾ ਹੈ ਸੰਜੇ ਪੋਪਲੀ ਨੇ। ਮੇਰੇ ਬੇਟੇ ਨੂੰ ਮਾਰਿਆ ਗਿਆ ਤੇ ਸੰਜੇ ਪੋਪਲੀ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਮਾਰਿਆ ਗਿਆ। ਹਾਲਾਂਕਿ ਵਿਜੀਲੈਂਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ। मैनू
ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ ਜਿਹੜਾ ਐਲੀਗੇਸ਼ਨ ਲਾਇਆ ਹੈ ਕਿ ਮੇਰੇ ਬੇਟੇ ਨੂੰ ਮਾਰਿਆ ਗਿਆ ਹੈ, ਮੇਰੇ ਬੇਟੇ ਨੂੰ ਮਾਰਿਆ ਗਿਆ ਹੈ। ਤੇ ਸੰਜੇ ਪੋਪਲੀਏ ਕਹਿੰਦੇ ਨਜ਼ਰ ਆ ਰਹੇ ਹਨ ਕਿ 6 ਫੇਸ ਹਸਪਤਾਲ ਤੋਂ ਲੈ ਕੇ ਆਇਆ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਅੱਜ ਜਿਹੜਾ ਵੀ ਇਨਸੀਡੈਂਟ ਹੋਇਆ ਉਹਨੂੰ ਲੈ ਕੇ ਸੰਜੇ ਪੋਪਲੀ ਨੂੰ ਜਿਹੜਾ ਹੈਗਾ ਉਹ ਲੈ ਕੇ ਆਇਆ ਜਾ ਰਿਹਾ। ਹਾਲਾਂਕਿ ਅੱਜ ਜਿਹੜਾ ਵੀ ਵਿਵਾਦ ਹੋਇਆ ਉਹਨੂੰ ਲੈ ਕੇ ਅੱਜ ਇਹਨਾਂ ਨੂੰ ਮੈਡੀਕਲ मैं आई विटनेस हाँ मैंने मारने से लेके जा रहे हैं लेकिन बिजनेस कह रही है कि वो गलत है आई एम एन आई विटनेस मेरे मैंने खड़ा करके मारा गया मेरे खड़ा करके नहीं नहीं मैंने ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ ਜਿਹੜਾ ਐਲੀਗੇਸ਼ਨ ਲਾਇਆ ਹੈ ਕਿ ਮੇਰੇ ਬੇਟੇ ਨੂੰ ਮਾਰਿਆ ਗਿਆ ਹੈ, ਮੇਰੇ ਬੇਟੇ ਨੂੰ ਮਾਰਿਆ ਗਿਆ ਹੈ। ਤੇ ਸੰਜੇ ਪੋਪਲੀਏ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਮਾਰਿਆ ਗਿਆ ਹੈ। ਹਾਲਾਂਕਿ ਵਿਜੀਲੈਂਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਉਸ ਟਾਈਮ ਨਿਕਲ ਚੁੱਕੇ ਸੀ ਜਦ ਕਾਰਤਿਕ ਪੋਪਲੀ ਨੇ ਗੋਲੀ ਚਲਾਈ। ਹਾਲਾਂਕਿ 6 ਫੇਸ ਤੋਂ ਇਹਨਾਂ ਨੂੰ ਹੁਣ ਲੈ ਕੇ ਜਾਇਆ ਜਾ ਰਿਹਾ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਐਕਸਕਲੂਸਿਵ ਗੱਲਬਾਤ ਜਿਹੜੀ ਹੈ ਸੰਜੇ ਪੋਪਲੀ ਨੇ ਕੀਤੀ ਹੈ ਸਾਡੇ ਨਾਲ। ਉਹਨਾਂ ਨੇ ਕਿਹਾ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਹੈ, ਕਾਰਤਿਕ ਪੋਪਲੀ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਹੈ। ਹਾਲਾਂਕਿ ਉਹ ਕਹਿੰਦੇ ਨਜ਼ਰ ਆ ਰਹੇ, ਲੇਕਿਨ ਪੁਲਿਸ ਜਿਹੜੀ ਹੈ ਉਹ ਫਟਾਫਟ ਬਚਾਉਂਦੀ ਨਜ਼ਰ ਆ ਰਹੀ ਹੈ ਤੇ ਇਹਨੂੰ ਇੱਥੋਂ ਲੈ ਕੇ ਜਾਇਆ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ ਸੰਜੇ ਪੋਪਲੀ ਦੇ ਤਸਵੀਰਾਂ ਨੇ ਜਿੱਥੇ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ। ਸੰਜੇ ਪੋਪਲੀ ਨੂੰ ਹੁਣ ਐਂਬੂਲੈਂਸ 'ਚ ਲੈ ਕੇ ਜਾਇਆ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ। ਹਾਲਾਂਕਿ ਹੁਣ ਪੁਲਿਸ ਜਿਹੜੀ ਹੈ ਉਹ मैंने मार रहे थे विल किल ਕਿ ਇਹਨਾਂ ਨੇ लेके जा रहे हैं लेकिन बिजनेस कह रही है कि वो गलत है आई एम एन आई विटनेस मेरे मैंने खड़ा करके मारा गया मेरे खड़ा करके नहीं नहीं मैंने बचे ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ ਉਹਨਾਂ ਵੱਲੋਂ कह रही है लेकिन बिजनेस कह रही है कि वो गलत है आई एम एन आई विटनेस मेरे मैंने खड़ा करके मारा गया मेरे खड़ा करके नहीं नहीं मैंने बचे ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ लेके जा रहे हैं लेकिन बिजनेस कह रही है कि वो गलत है आई एम एन आई विटनेस मेरे मैंने खड़ा करके मारा गया मेरे खड़ा करके नहीं नहीं मैंने बचे ਤਾਂ ਬਿਲकुल ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ लेके जा रहे हैं लेकिन बिजनेस कह रही है कि वो गलत है आई एम एन आई विटनेस मेरे मैंने खड़ा करके मारा गया मेरे खड़ा करके नहीं नहीं मैंने बचे ਤਾਂ ਬਿਲकुਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ लेके जा रहे हैं लेकिन बिजनेस कह रही है कि वो गलत है आई एम एन आई विटनेस मेरे मैंने खड़ा करके मारा गया मेरे खड़ा करके नहीं नहीं मैंने बचे कह रही है कि वो गलत है आई एम एन आई विटनेस लेकिन बिजनेस कह रही है कि नहीं नहीं मैंने बचे ਤਾਂ ਬਿਲकुल ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ ਜਿਹੜਾ नहीं नहीं मैंने बचे ਤਾਂ ਬਿਲकुਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ लेके जा रहे हैं लेकिन बिजनेस कह रही है कि वो गलत है आई एम एन आई विटनेस मेरे मैंने खड़ा करके मारा गया मेरे खड़ा करके नहीं नहीं मैंने बचे ਤਾਂ ਬਿਲकुਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ लेके जा रहे हैं लेकिन बिजनेस कह रही है कि वो गलत है आई एम एन आई विटनेस ਸੰਜੇ ਪੋਪਲੀ ਗੱਲਬਾਤ ਜਦੋਂ ਮੀਡੀਆ ਕਰਮੀਆਂ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਆਈ ਐਮ ਆਈ ਵਿਟਨੈਸ ਮੇਰੇ ਸਾਹਮਣੇ ਜਾਂ ਮੇਰੇ ਖੜੇ ਤੋਂ ਮਾਰਿਆ ਗਿਆ ਹੈ। ਇਹ ਗੱਲ ਸੰਜੇ ਪੋਪਲੀ ਕਹਿ ਰਹੇ ਨੇ। ਸਿੱਧੇ ਸਿੱਧੇ ਇਲਜ਼ਾਮ ਲਾ ਰਹੇ ਨੇ ਕਿ ਆਈ ਐਮ ਐਨ ਆਈ ਵਿਟਨੈਸ ਮੈਂ ਮੌਕੇ ਤੇ ਉੱਥੇ ਮੌਜੂਦ ਸੀ ਔਰ ਮੇਰੇ ਸਾਹਮਣੇ ਜਾਂ ਮੇਰੇ ਖੜੇ ਤੇ ਮਾਰਿਆ ਗਿਆ ਹੈ ਉਹਨਾਂ ਦੇ ਬੇਟੇ ਨੂੰ, ਜਿਸ ਦਾ ਉਹ ਜ਼ਿਕਰ ਕਰ ਰਹੇ ਸੀ। ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ, ਜਦੋਂ ਨਿਊਜ਼ 18 ਵੱਲੋਂ ਸਵਾਲ ਪੁੱਛਿਆ ਗਿਆ ਕਿ ਵਿਜੀਲੈਂਸ ਨੇ ਕਿਹਾ ਕਿ ਸਾਡੇ ਆਉਣ ਤੋਂ ਬਾਅਦ ਇਹ ਘਟਨਾ ਵਾਪਰੀ ਹੈ, ਸੰਜੇ ਪੋਪਲੀ ਕਹਿ ਰਹੇ ਨੇ ਮੈਨੂੰ ਖੜਾ ਕਰਕੇ ਮਾਰਿਆ ਗਿਆ ਮੇਰੇ ਖੜੇ ਨਾਈਟ ਵਿਟਨੈਸ ਮੇਰੇ ਖੜੇ ਤੋਂ ਮਾਰਿਆ ਗਿਆ ਹੈ ਮੇਰੇ ਬੇਟੇ ਨੂੰ। ਇਹ ਗੱਲ ਸੰਜੇ ਪੋਪਲੀ ਵੱਲੋਂ ਕਹੀ ਗਈ ਹੈ। ਵਿਜੀਲੈਂਸ ਕਹਿ ਰਹੀ ਹੈ ਅਸੀਂ ਜਦੋਂ ਆ ਗਏ ਸੀ ਉਸ ਤੋਂ ਬਾਅਦ ਇਹ ਘਟਨਾ ਹੋਇਆ ਹੈ। ਮੇਰੇ ਮੈਨੂੰ ਖੜਾ ਕਰਕੇ ਮਾਰਿਆ ਗਿਆ ਮੇਰੇ ਖੜਾ ਕਰਕੇ 6 ਫੇਜ਼ ਹਸਪੀਟਲ ਤੋਂ ਮਨੋਜ ਇਸ ਵੇਲੇ ਸੰਜੇ ਪੋਪਲੀ ਨੂੰ ਅਸੀਂ ਸੁਣ ਪਾ ਰਹੇ ਸੀ, ਤੁਸੀਂ ਉਹਨਾਂ ਨੇ ਗੱਲ ਕੀਤੀ ਹੈ। ਕਈ ਵਾਰੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮਾਈਕ ਦੇ ਵਿੱਚ ਰਿਕਾਰਡ ਨਹੀਂ ਹੋ ਪਾਉਂਦੀਆਂ। ਤੁਸੀਂ ਜੋ ਗੱਲ ਉਹਨਾਂ ਨੇ ਕਹੀ ਹੈ ਸੁਣੀ ਹੋਏਗੀ। ਸਿੱਧਾ ਸਿੱਧਾ ਵਿਰੋਧਾਭਾਸ ਹੈ ਵਿਜੀਲੈਂਸ ਦੇ ਬਿਆਨਾਂ ਦੇ ਵਿੱਚ ਔਰ ਸੰਜੇ ਪੋਪਲੀ ਦੇ ਬਿਆਨਾਂ ਦੇ ਵਿੱਚ। ਕੁਲ ਵਿਜੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਮੇਰੇ ਸਾਹਮਣੇ ਖੜ ਕੇ ਮੇਰੇ ਬੇਟੇ ਨੂੰ ਗੋਲੀ ਮਾਰੀ, ਇੱਕ ਬਹੁਤ ਵੱਡਾ ਬਿਆਨ ਅਸੀਂ ਕਹਿ ਸਕਦੇ ਹਾਂ ਕਿ ਨਿਊਜ਼ 18 ਤੇ ਐਕਸਕਲੂਸਿਵ ਗੱਲਬਾਤ ਉਹਨਾਂ ਨੇ ਕੀਤੀ ਹੈ। ਹਾਲਾਂਕਿ ਜਿਹੜੀ ਪੁਲਿਸ ਸੀਗੀ, ਜਿਹੜੀ ਲੋਕਲ ਪੁਲਿਸ ਸੀਗੇ, ਵਿਜੀਲੈਂਸ ਦੇ ਜਿਹੜੇ ਆਫੀਸਰ ਸੀਗੇ ਉਹ ਵੀ ਮੌਜੂਦ ਸੀਗੇ, ਲੇਕਿਨ ਉਹਨਾਂ ਨੇ ਗੱਲਬਾਤ ਜਿਹੜੀ ਹੈ ਨਹੀਂ ਕਰਨ ਦਿੱਤੀ, ਲੇਕਿਨ ਉਹ ਗੱਲਬਾਤ ਕਰਨਾ ਚਾਹੁੰਦੇ ਸੀ। ਹਾਲਾਂਕਿ ਉਹਦੇ ਨਾਲ ਜਿਹੜੇ ਇੱਥੇ ਪਹੁੰਚਦੇ ਆ, ਮੈਡੀਕਲ ਵਾਸਤੇ ਪਹੁੰਚਦੇ ਆ, ਕਿਸ ਤਰ੍ਹਾਂ ਦੀ ਚੀਜ਼ਾਂ ਹੁੰਦੀ, ਸਾਡੇ ਨਾਲ ਸੀਨੀਅਰ ਡਾਕਟਰ 6 ਫੇਜ਼ ਦੇ ਡਾਕਟਰ ਚੀਮਾ ਜੀ ਤੇ ਡਾਕਟਰ ਭਗਤ ਸਿੰਘ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਆਖਿਰ ਹੋਇਆ ਕੀ ਸੀ, ਮੈਡੀਕਲ ਅਨਫਿਟ ਕਿਉਂ ਜਿਹੜਾ ਹੈਗਾ ਕਿਹਾ ਗਿਆ। ਡਾਕਟਰ ਸਾਹਿਬ, ਇਹ ਅੱਜ ਸੰਜੇ ਪੋਪਲੀ ਨੂੰ ਇੱਥੇ ਲੈ ਕੇ ਆਇਆ ਗਿਆ ਸੀਗਾ ਮੈਡੀਕਲ ਵਾਸਤੇ, ਹੋਇਆ ਕੀ ਸੀ ਆਖਿਰ? ਉਹ ਐਕਚੁਅਲੀ ਜੇ ਪਤਾ ਆਪਾਂ ਨੂੰ ਸਾਰਿਆਂ ਨੂੰ ਵੀ ਉਹਨਾਂ ਦੇ ਅੱਜ ਬੇਟੇ ਦੀ ਡੈਥ ਹੋਈ ਸੀ,
ਉਹ ਘਬਰਾਏ ਹੋਏ ਬਹੁਤ ਸੀ ਔਰ ਉਹਨਾਂ ਨੇ ਟੋਟਲੀ ਅਨਕੋਆਪਰੇਟਿਵ ਸੀ। ਉਹਨਾਂ ਨੇ ਮੈਡੀਕਲ ਸਾਡੇ ਕੋਲੋਂ ਨਹੀਂ ਕਰਵਾਇਆ। ਅਸੀਂ ਬੜਾ ਜ਼ਿਆਦਾ ਕੰਸੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਅਸੀਂ ਇੱਕ ਮੈਡੀਕਲ ਬੋਰਡ ਵੀ ਗਠਨ ਕਰ ਦਿੱਤਾ ਸੀ, ਜਿਹਦੇ 'ਚ ਇੱਕ ਮੈਡੀਸਨ ਸਪੈਸ਼ਲਿਸਟ, ਇੱਕ ਸਾਈਕੈਟਰੀ ਸਪੈਸ਼ਲਿਸਟ ਸੀ ਔਰ ਇੱਕ ਸਾਡੇ EMO ਸਨ। ਪਰ ਉਹਨਾਂ ਨੇ ਸਾਡੇ ਕੋਲ ਨਾ ਕੋਈ ਇੰਜੈਕਸ਼ਨ, ਨਾ ਕੋਈ ਸਾਡੇ ਕੋਲ ਗੋਲੀ ਦਵਾਈ ਨਹੀਂ ਖਾਧੀ। ਇਸ ਕਰਕੇ ਸਾਨੂੰ ਇੱਕ ਹਾਇਰ ਸੈਂਟਰ ਵਾਸਤੇ ਸੈਕਟਰ 32 ਅਸੀਂ ਰੈਫਰ ਕੀਤਾ। ਤੇ ਸਰ ਐਡਮਿਟ ਕਰਵਾਇਆ ਡਾਕਟਰ ਸਾਹਿਬ ਭਗਤ ਸਾਹਿਬ? ਸਾਨੂੰ ਜਸਟ ਉਹਨਾਂ ਪੇਸ਼ੈਂਟ ਨਾ ਆਪਣਾ ਪੋਪਲ ਸਾਹਿਬ ਨੂੰ ਆਪਾਂ ਆਪਣੀ ਐਂਬੂਲੈਂਸ ਵਿੱਚ ਆਪਣੇ ਨਾਲ ਮੈਡੀਕਲ ਟੀਮ ਨਾਲ ਰੈਫਰ ਕੀਤਾ ਹੈਗਾ। ਜਸਟ ਹੁਣ 10 ਮਿੰਟ ਹੋਏ। ਡਾਕਟਰ ਸਾਹਿਬ ਇੱਕ ਗੱਲ ਹੋਰ ਆ ਰਹੀ ਹੈ ਕਿ ਉਹ ਕੋਆਪਰੇਟਿਵ, ਜਿੱਦਾਂ ਤੁਸੀਂ ਵੀ ਕਿਹਾ, ਕੋਆਪਰੇਟ ਨਹੀਂ ਕੀਤਾ। ਕਿਸ ਤਰ੍ਹਾਂ ਦੀ ਕੋਈ ਅਨਫਿਟ ਵੀ ਸੀਗੀ? ਇਸ ਤਰ੍ਹਾਂ ਦੀ ਕੋਈ ਗੱਲਬਾਤ? ਅਨਫਿਟ ਨਹੀਂ ਆਪਾਂ ਕਹਿ ਸਕਦੇ, ਜਿਸ ਤਰ੍ਹਾਂ ਘਬਰਾਏ ਹੋਏ ਸੀ ਬਹੁਤ ਜ਼ਿਆਦਾ, ਸਾਹ ਉਹਨਾਂ ਦਾ ਔਖਾ ਆ ਰਿਹਾ ਸੀ ਐਂਡ ਹੀ ਵਾਜ਼ ਅਨਕੰਸੋਲੇਬਲ ਕਿਉਂਕਿ ਬੇਟੇ ਦੀ ਡੈਥ ਹੋਈ ਸੀ। ਉਸ ਤੇ ਅੰਡਰ ਆਬਜ਼ਰਵੇਸ਼ਨ ਤੁਸੀਂ ਰੱਖਿਆ ਹੋਇਆ ਸੀ ਇਹਨਾਂ ਨੂੰ? 2-2.5 ਘੰਟੇ ਅਸੀਂ ਅੰਡਰ ਆਬਜ਼ਰਵੇਸ਼ਨ ਰੱਖਿਆ ਔਰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਸਾਡੇ ਕੋਲੋਂ ਤੁਸੀਂ ECG ਕਰਾ ਲਓ, ਸਾਡੇ ਕੋਲ ਟੈਸਟ ਕਰਾ ਲਓ, ਸਾਡੇ ਜਿਹੜੇ ਅਸੀਂ ਕਰਨਾ ਚਾਹੁੰਦੇ, ਜਿਹੜੀ ਸਾਡੀ ਮੈਡੀਕਲ ਟੀਮ ਕਰਨਾ ਚਾਹੁੰਦੀ ਹੈ, ਪਰ ਉਹ ਨਹੀਂ ਮੰਨੇ ਇਸ ਗੱਲ ਨੂੰ ਤੇ ਅਸੀਂ ਜ਼ਬਰਦਸਤੀ ਇਹ ਕੰਮ ਨਹੀਂ ਸੀ ਕਰ ਸਕਦੇ। ਇਸ ਕਰਕੇ ਅਸੀਂ ਹਾਇਰ ਸੈਂਟਰ GMCH ਸੈਕਟਰ 32 ਸਰ ਰੈਫਰ। ਪ੍ਰੋਸੀਜਰ ਕੀ ਹੁੰਦਾ ਉੱਥੇ ਜਾ ਕੇ? ਐਡਮਿਟ ਉਹਨਾਂ ਨੂੰ ਕੀਤਾ ਜਾਏਗਾ ਕਿਸ ਤਰ੍ਹਾਂ ਦੇ? ਕਿਉਂਕਿ ਅੱਜ ਉਹਨਾਂ ਨੂੰ ਪੇਸ਼ ਕਰਨਾ ਸੀ ਅੱਜ ਉੱਥੇ ਹੋ ਸਕਦਾ ਹਾਇਰ ਸੈਂਟਰ ਹੈ, ਪ੍ਰੋਫੈਸਰ ਐਂਡ ਹੈੱਡ ਆਣਗੇ ਉੱਥੇ ਉਹਨਾਂ ਦੇ ਮੈਡੀਸਨ ਦੇ, ਸੈਕਟਰੀ ਦੇ, ਉਹ ਅਸੈਸ ਕਰਨਗੇ, ਉਹਨਾਂ ਦੀ ਕੰਸੋਲ ਕਰਨਗੇ, ਰੱਖਣਗੇ ਰਾਤ ਉਹਨਾਂ ਨੂੰ ਉੱਥੇ ਮੋਸਟ ਪ੍ਰੋਬਬਲੀ। ਠੀਕ ਹੈ। ਤੇ ਸੀਨੀਅਰ ਡਾਕਟਰ ਸਾਡੇ ਨਾਲ ਵਿਜੇ ਮੌਜੂਦ ਨੇ, ਜਿਹੜੇ SMO ਨੇ, ਉਹ ਡਾਕਟਰ ਚੀਮਾ ਜੀ, ਡਾਕਟਰ ਭਗਤ ਸੀ। ਇਹ ਸਾਰੀ ਚੀਜ਼ਾਂ ਨੂੰ ਹਾਲਾਂਕਿ ਲਗਾਤਾਰ ਉਹਨਾਂ ਨੇ ਗੱਲਬਾਤ ਕੀਤੀ ਸਾਡੇ ਨਾਲ ਤੇ ਗੱਲਬਾਤ ਹੋਰ ਵੀ ਕਰਨਾ ਚਾਹੁੰਦੇ ਸੀ, ਲੇਕਿਨ ਜਿਹੜੇ ਪੁਲਿਸ ਆਫੀਸਰ ਨੇ ਉਹਨਾਂ ਨੇ ਗੱਲਬਾਤ ਨਹੀਂ ਕਰਨ ਦਿੱਤੀ। ਲੇਕਿਨ ਉਹਨਾਂ ਨੇ ਸਿੱਧੇ ਗੱਲ ਕੀਤੀ ਹੈ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਹੈ। ਵਿਜੇ ਬਹੁਤ ਵੱਡਾ ਬਿਆਨ ਹੈ। ਹਾਲਾਂਕਿ ਦੂਜੇ ਪਾਸੇ DSP ਵਿਜੀਲੈਂਸ ਨਾਲ ਸਾਡੀ ਗੱਲਬਾਤ ਹੋਈ ਹੈ, ਅਜੇ ਕੁਮਾਰ ਨਾਲ, ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸਰ ਅਸੀਂ ਰਿਕਵਰੀ ਕਰਕੇ ਜਿਹੜਾ 골ਡ ਜਿਹੜਾ ਹੋਰ ਰਿਕਵਰ ਹੋਇਆ ਹੈ, ਸਿਲਵਰ ornaments ਜਿਹੜੇ ਰਿਕਵਰ ਹੋਏ, ਉਸ ਤੋਂ ਬਾਅਦ ਇਹ ਸਾਰਾ ਇਨਸੀਡੈਂਟ ਹੋਇਆ, ਯਾਨੀ ਕਿ ਜਿਹੜੀ ਗੋਲੀ ਵੱਜੀ ਹੈ ਸਾਡੇ ਸਾਹਮਣੇ ਨਹੀਂ ਹੋਇਆ। ਲੇਕਿਨ ਦੂਜੇ ਪਾਸੇ ਖੁਦ ਸੰਜੇ ਪੋਪਲੀ ਜਿਹੜੇ ਹਸਪੀਟਲ 'ਚ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਿਆ ਗਿਆ, ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ, ਐਕਸਕਲੂਸਿਵ ਗੱਲਬਾਤ ਕੀਤੀ ਗਈ ਸਾਡੇ ਨਾਲ, ਕਿਹਾ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਹੈ ਤੇ ਮੈਨੂੰ ਵੀ ਇਹ ਮਾਰਨਾ ਚਾਹੁੰਦੇ। ਇਹ ਵੀ ਕਹਿ ਕੇ ਉਹ ਗਏ ਕਿ ਮੈਨੂੰ ਵੀ ਇਹ ਮਨ, ਹਾਲਾਂਕਿ ਮੀਡੀਆ ਤੇ ਬਿਲਕੁਲ ਅੱਗੇ ਨਹੀਂ ਲੈ ਕੇ ਜਿਹੜਾ ਹੈਗਾ ਉਹ ਕੋਸ਼ਿਸ਼ ਕੀਤੀ ਪੁਲਿਸ ਨੇ ਕਿ ਮੀਡੀਆ ਸਾਹਮਣੇ ਉਹਨਾਂ ਨੂੰ ਨਾ ਲੈ ਕੇ ਆਇਆ ਜਾਵੇ, ਲੇਕਿਨ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਹੋਈ ਹੈ। ਸੰਜੇ ਪੋਪਲੀ ਦਾ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਬਿਆਨ ਹੈ। ਹਾਲਾਂਕਿ ਉਹਨਾਂ ਵੱਲੋਂ ਸਾਫ਼ ਤੌਰ ਤੇ ਤੁਸੀਂ ਵੀ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਮੇਰੇ ਸਾਹਮਣੇ ਮੇਰੇ ਬੇਟੇ ਨੂੰ ਗੋਲੀ ਮਾਰੀ ਹੈ। ਇਹ ਸਾਰੀ ਚੀਜ਼ਾਂ ਲੁਕਾਉਣ ਦੀ ਗੱਲ ਜਿਹੜੀ ਆ ਕੀਤੀ ਜਾ ਰਹੀ ਹੈ। ਵਿਜੀਲੈਂਸ ਉੱਥੇ ਮੌਜੂਦ ਸੀਗੇ ਜਿਸ ਟਾਈਮ ਇਹ ਵਾਕਿਆ ਹੋਇਆ, ਤਾਂ ਅਸੀਂ ਕਹਿ ਸਕਦੇ ਹਾਂ ਕਿ ਹੁਣ ਸਾਰਾ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ। ਚੰਡੀਗੜ੍ਹ ਪੁਲਿਸ ਹੁਣ ਇਨਵੈਸਟੀਗੇਟ ਕਰੂਗੀ ਕਿ ਉਸ ਟਾਈਮ ਜਿਹੜੀ ਵੀ ਇਹ ਹੈਪਨਿੰਗ ਹੋਈ ਹੈ, ਜਿਹੜੀ ਵੀ ਇਹ ਵਾਰਦਾਤ ਹੋਈ ਹੈ, ਕਿ ਆਖਿਰ ਵਿਜੀਲੈਂਸ ਉੱਥੇ ਮੌਜੂਦ ਸੀ ਜਾਂ ਨਹੀਂ ਸੀ। ਕਿਉਂਕਿ ਦੂਜੇ ਪਾਸੇ SSP ਚੰਡੀਗੜ੍ਹ ਕੁਲਦੀਪ ਸਿੰਘ ਚਹਿਲ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਇਹ ਸੁਸਾਈਡ ਹੈਗਾ, ਯਾਨੀ ਕਾਰਤਿਕ ਪੋਪਲੀ ਨੇ ਇੱਥੇ ਜਿਹੜੀ ਰਾਈਟ ਸਾਈਡ ਤੇ ਗੋਲੀ ਵੱਜੀ, ਸਰ ਤੇ ਗੋਲੀ ਵੱਜੀ ਹੈ, ਜਿਹਦੇ ਕਰਕੇ ਜਿਹੜੀ ਉਹਦੀ ਮੌਤ ਹੋਈ ਹੈ, ਇਹ ਸੁਸਾਈਡ ਕੇਸ ਬਣਦਾ ਹੈ। ਵਿਜੇ ਠੀਕ ਹੈ ਮਨੋਜ, ਤੁਸੀਂ ਬੜੇ ਰਹਿਣਾ। ਅਸੀਂ ਇੱਕ ਵਾਰੀ ਤੁਹਾਨੂੰ ਸੁਣਾਉਂਦੇ ਹਾਂ ਇੱਕ ਵਾਰੀ ਫਿਰ ਕਿ ਸੰਜੇ ਪੋਪਲੀ ਨੇ ਮੋਹਾਲੀ ਦੇ 6 ਫੇਜ਼ ਸਿਵਲ ਹਸਪੀਟਲ ਤੋਂ ਬਾਹਰ ਨਿਕਲਣ ਮੌਕੇ ਕਿਹਾ ਕਿ ਜਦੋਂ ਨਿਊਜ਼ 18 ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਵਾਰੀ ਤੁਹਾਨੂੰ ਉਹ ਸੁਣਾਉਂਦੇ ਹਾਂ। ਉਹ ਗਲਤ ਹੈ। आई एम एन आई विटनेस। मेरे मैंने खड़ा करके मारा गया, मेरे खड़ा करके मारा क्यों गया? मारे नहीं नहीं मैंने बचे ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ जिसे लेके जा रहे हैं दे आर वो गलत है। आई एम एन आई विटनेस। मेरे मैंने खड़ा करके मारा गया, मेरे खड़ा करके मारा क्यों गया? मारे नहीं नहीं मैंने बचे ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ जिसे लेके जा रहे हैं दे आर वो गलत है। आई एम एन आई विटनेस। मेरे मैंने खड़ा करके मारा गया, मेरे खड़ा करके मारा क्यों गया? मारे नहीं नहीं मैंने बचे ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ जिसे लेके जा रहे हैं दे आर वो गलत है। आई एम एन आई विटनेस। मेरे मैंने खड़ा करके मारा गया, मेरे खड़ा करके मारा क्यों गया? मारे नहीं नहीं मैंने बचे ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ जिसे लेके जा रहे हैं दे आर वो गलत है। आई एम एन आई विटनेस। मेरे मैंने खड़ा करके मारा गया, मेरे खड़ा करके मारा क्यों गया? मारे नहीं नहीं मैंने बचे। ਤਾਂ ਸੰਜੇ ਪੋਪਲੀ ਕਹਿ ਰਹੇ ਨੇ ਕਿ ਮੈਂ ਮੌਕੇ ਦਾ ਗਵਾਹ ਹਾਂ ਔਰ ਮੇਰੇ ਖੜੇ ਤੋਂ ਮੇਰੇ ਬੇਟੇ ਨੂੰ ਮਾਰਿਆ ਗਿਆ ਹੈ। ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਸੰਜੇ ਪੋਪਲੀ ਜਦੋਂ ਨਿਊਜ਼ 18 ਨੇ ਉਹਨਾਂ ਨੂੰ ਸਵਾਲ ਪੁੱਛਿਆ। ਉਹਨਾਂ ਨੇ ਕਿਹਾ ਕਿ ਆਈ ਐਮ ਐਨ ਆਈ ਵਿਟਨੈਸ, ਯਾਨੀ ਉਹਨਾਂ ਨੇ ਕਿਹਾ ਕਿ ਮੈਂ ਮੌਕੇ ਦਾ ਗਵਾਹ ਹਾਂ, ਮੈਂ ਚਸ਼ਮਦੀਦ ਹਾਂ ਔਰ ਮੇਰੇ ਖੜੇ ਤੋਂ ਮੇਰੇ ਬੇਟੇ ਨੂੰ ਮਾਰਿਆ ਗਿਆ ਹੈ। ਪਹਿਲਾਂ ਇਹੀ ਗੱਲ ਪਰਿਵਾਰ ਦੀਆਂ ਮਹਿਲਾਵਾਂ ਨੇ ਕਹੀ ਸੀ, ਸੰਜੇ ਪੋਪਲੀ ਦੀ ਧਰਮ ਪਤਨੀ ਨੇ ਕਹੀ ਸੀ ਔਰ ਇੱਕ ਵਕੀਲ ਜਿਹੜੇ ਉਸ ਮੌਕੇ ਤੇ ਜਦੋਂ ਸੰਜੇ ਪੋਪਲੀ ਦੇ ਪਰਿਵਾਰ ਨੂੰ ਮਿਲਣ ਆਏ ਸੀ, ਉਸ ਵਕੀਲ ਨੇ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਸੀ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਸੰਜੇ ਪੋਪਲੀ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਕਿਹਾ ਕਿ ਮੇਰੇ ਬੇਟੇ ਨੂੰ ਮਾਰ ਦਿੱਤਾ ਹੈ।
ਉਸ ਤੋਂ ਬਾਅਦ ਉਹ ਕਹਿੰਦੇ ਅਸੀਂ ਮੋਹਾਲੀ ਕੋਰਟ ਦੇ ਵਿੱਚ ਸੀ ਔਰ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਘਰੇ ਪਹੁੰਚੇ ਹਾਂ। ਇਹ ਇੱਕ ਉਹਨਾਂ ਦੇ ਜਿਹੜੇ ਪਰਿਵਾਰਕ ਜਾਣਕਾਰ ਸੀ ਵਕੀਲ, ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਉਸ ਮੌਕੇ ਤੇ। ਉਸ ਤੋਂ ਬਾਅਦ ਵਿਜੀਲੈਂਸ ਪਿਕਚਰ ਦੇ ਵਿੱਚ ਆਉਂਦੀ ਹੈ। ਵਿਜੀਲੈਂਸ ਕਹਿੰਦੀ ਹੈ ਕਿ ਅਸੀਂ ਉੱਥੋਂ ਨਿਕਲੇ ਆਏ ਸੀ ਜਦੋਂ ਬੇਟੇ ਨੇ ਗੋਲੀ ਮਾਰੀ ਆਪਣੇ ਆਪ ਨੂੰ, ਕਿਉਂਕਿ ਚੰਡੀਗੜ੍ਹ ਪੁਲਿਸ ਦਾ ਵੀ ਉਦੋਂ ਤੱਕ ਬਿਆਨ ਆ ਗਿਆ ਸੀ ਕਿ ਉਸਨੇ ਖੁਦਕੁਸ਼ੀ ਕੀਤੀ ਹੈ, ਆਪਣੇ ਆਪ ਨੂੰ ਗੋਲੀ ਮਾਰੀ ਹੈ। ਪਰ ਹੁਣ ਸੰਜੇ ਪੋਪਲੀ ਕਹਿ ਰਹੇ ਨੇ ਕਿ ਨਹੀਂ, ਮੇਰੇ ਸਾਹਮਣੇ ਮਾਰਿਆ ਹੈ ਔਰ ਵਿਜੀਲੈਂਸ ਵੱਲੋਂ ਮਾਰਿਆ ਗਿਆ। ਸੋ ਹੁਣ ਇਹ ਵਾਕਿਆ ਹੀ ਜਾਂਚ ਦਾ ਵਿਸ਼ਾ ਹੈ ਕਿ ਕਿਹੜੇ ਬਿਆਨ ਨੇ, ਕਿਸ ਨੂੰ ਸਹੀ ਮੰਨਿਆ ਜਾਵੇ, ਕਿਸ ਨੂੰ ਗਲਤ ਮੰਨਿਆ ਜਾਵੇ, ਕਿਉਂਕਿ ਬਿਆਨਾਂ ਦੇ ਵਿੱਚ ਵਿਰੋਧਾਭਾਸ ਹੈ। ਪੁਲਿਸ ਅਫੀਸ਼ੀਅਲ ਸਟੇਟਮੈਂਟ ਦਿੰਦੀ ਹੈ ਮੀਡੀਆ ਦੇ ਸਾਹਮਣੇ ਆ ਕੇ ਕਿ ਅਸੀਂ ਆ ਗਏ ਸੀ, ਉਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਪਰਿਵਾਰ ਕਹਿੰਦਾ ਹੈ ਕਿ ਅਸੀਂ ਮੋਬਾਈਲ 'ਚ ਵੀਡੀਓ ਬਣਾਈ ਸੀ ਉਹਨਾਂ ਦੇ ਜਾਣ ਮੌਕੇ ਤੇ, ਪਰ ਉਹ ਮੋਬਾਈਲ ਤੋੜ ਦਿੱਤਾ ਗਿਆ। ਸਾਡੇ ਕੋਲੇ ਉਹ ਵੀਡੀਓ ਹੁਣ ਨਹੀਂ ਹੈ, ਨਾ ਉਹ ਮੋਬਾਈਲ ਹੈ। ਸੰਜੇ ਪੋਪਲੀ ਹੁਣ ਕਹਿ ਰਹੇ ਨੇ ਕਿ ਮੇਰੇ ਸਾਹਮਣੇ, ਮੈਂ ਆਈ ਵਿਟਨੈਸ ਆ, ਚਸ਼ਮਦੀਦ ਹੈ, ਮੇਰੇ ਸਾਹਮਣੇ ਮੇਰੇ ਬੇਟੇ ਨੂੰ ਮਾਰਿਆ ਗਿਆ। ਇਹ ਸੰਜੇ ਪੋਪਲੀ ਦਾ ਬਿਆਨ ਹੈ। ਸੋ ਕਾਫੀ ਚੀਜ਼ਾਂ ਸਵਾਲ ਖੜੇ ਕਰਦੀਆਂ ਨੇ ਇਸ ਪੂਰੇ ਮਾਮਲੇ ਤੇ, ਇਸ ਘਟਨਾਕ੍ਰਮ ਤੇ। ਚੰਡੀਗੜ੍ਹ ਪੁਲਿਸ ਹਾਲਾਂਕਿ ਕਹਿ ਰਹੀ ਹੈ ਕਿ ਸੁਸਾਈਡ ਕੀਤਾ ਹੈ, ਇਹ ਸੁਸਾਈਡ ਹੈ। ਉਸ ਤੋਂ ਬਾਅਦ ਇੱਕ ਵੱਡੀ ਰਿਕਵਰੀ ਦੀ ਗੱਲ ਵੀ ਆਉਂਦੀ ਹੈ, ਉਹ ਵੀ ਆਪਣੇ ਆਪ 'ਚ ਬੜੀ ਹੈਰਾਨ ਕਰਨ ਵਾਲੀ ਹੈ, ਕਿਉਂਕਿ ਉਹ ਵੀ ਇੱਕ ਹਿਊਜ ਰਿਕਵਰੀ ਹੈ। ਪਿਛਲੇ ਸਮਿਆਂ ਦੇ ਦੌਰਾਨ ਜਿੰਨੇ ਵੀ ਵਿਅਕਤੀ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਫੜੇ ਗਏ ਨੇ, ਉਸ ਸੰਦਰਭ ਦੇ ਵਿੱਚ ਜੇ ਦੇਖੀਏ ਤਾਂ ਇਹ ਇੱਕ ਵੱਡੀ ਰਿਕਵਰੀ ਹੈ, ਇੱਕ ਹਿਊਜ ਅਮਾਉਂਟ ਹੈ। ਇੱਕ ਜਿਹੜਾ ਸਮਾਨ ਬਰਾਮਦ ਹੋਇਆ, ਸੋਨਾ ਹੈ, ਚਾਂਦੀ ਹੈ, ਇਹ ਵੱਡੀ ਮਾਤਰਾ ਦੇ ਵਿੱਚ ਬਰਾਮਦ ਹੋਇਆ। ਇਹ ਵੀ ਆਪਣੇ ਆਪ ਦੇ ਵਿੱਚ ਇਸ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪਰ ਸਵਾਲ ਬਿਲਕੁਲ ਇਸ ਦੇ ਨਾਲ ਖੜੇ ਨੇ ਕਿ ਆਖਿਰਕਾਰ ਕਾਰਤਿਕ ਦੀ ਮੌਤ ਹੋਈ ਕਿਵੇਂ ਹੈ? ਕੀ ਵਾਕਿਆ ਹੀ ਉਸ ਦੇ ਪਿੱਛੇ ਕੋਈ ਐਸੀ ਕਹਾਣੀ ਹੈ ਕਿ ਕਾਰਤਿਕ ਨੂੰ ਮਾਰਿਆ ਗਿਆ, ਜਾਂ ਉਸ ਮੌਕੇ ਤੇ ਜਦੋਂ ਇਹ ਬਹਿਸਬਾਜ਼ੀ ਹੋ ਰਹੀ ਸੀ ਤਾਂ ਉਸ ਮੌਕੇ ਤੇ ਅਚਾਨਕ ਗੋਲੀ ਚੱਲ ਗਈ, ਜਾਂ ਫਿਰ ਕਾਰਤਿਕ ਵੱਲੋਂ ਖੁਦ ਆਪਣੇ ਆਪ ਨੂੰ ਗੋਲੀ ਮਾਰੀ ਗਈ, ਜਿਵੇਂ ਪੁਲਿਸ ਦੇ ਬਿਆਨ ਨੇ, ਚੰਡੀਗੜ੍ਹ ਪੁਲਿਸ ਦਾ ਬਿਆਨ ਹੈ, ਜਾਂ ਫਿਰ ਵਿਜੀਲੈਂਸ ਦਾ ਬਿਆਨ ਹੈ ਕਿ ਸਾਡੇ ਜਾਣ ਤੋਂ ਬਾਅਦ ਜੋ ਕੁਝ ਹੋਇਆ, ਔਰ ਚੰਡੀਗੜ੍ਹ ਦੇ ਐਸਐਸਪੀ ਦਾ ਬਿਆਨ ਹੈ ਕਿ ਉਸਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਸੋ ਪਰਿਵਾਰ ਲਗਾਤਾਰ ਇਹ ਇਲਜ਼ਾਮ ਲਾ ਰਿਹਾ, ਜਾਂ ਪਰਿਵਾਰ ਲਗਾਤਾਰ ਇਹ ਕਹਿ ਰਿਹਾ ਕਿ ਪੁਲਿਸ ਵੱਲੋਂ, ਵਿਜੀਲੈਂਸ ਵੱਲੋਂ ਮਾਰਿਆ ਗਿਆ ਹੈ। ਮਨੋਜ ਰਾਠੀ ਦਾ ਇੱਕ ਵਾਰੀ ਫਿਰ ਰੁਕ ਕਰਦੇ ਆ, ਸਾਡੇ ਸਹਿਯੋਗੀ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਮਨੋਜ, ਵਾਰ-ਵਾਰ ਇਹ ਸਵਾਲ ਤੇ ਉੱਠਦੇ ਨੇ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਵਿਰੋਧਾਭਾਸ ਹੈ। ਸੰਜੇ ਪੋਪਲੀ ਕਹਿ ਰਹੇ ਨੇ ਕਿ ਆਈ ਐਮ ਦਾ ਆਈ ਵਿਟਨੈਸ, ਮੈਂ ਚਸ਼ਮਦੀਦ ਹਾਂ, ਮੇਰੇ ਸਾਹਮਣੇ, ਮੇਰੇ ਖੜੇ ਤੋਂ ਮੇਰੇ ਬੇਟੇ ਨੂੰ ਮਾਰਿਆ ਗਿਆ। ਇਹੀ ਗੱਲ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ। ਇੱਕ ਵਕੀਲ ਜਦੋਂ ਬਾਹਰ ਆਏ ਸੀ ਸੰਜੇ ਪੋਪਲੀ ਦੇ ਪਰਿਵਾਰ ਨੂੰ ਮਿਲ ਕੇ, ਜਿਸ ਵੇਲੇ ਇਹ ਘਟਨਾ ਵਾਪਰੀ ਸੀ, ਉਸ ਵੇਲੇ ਉਹਨਾਂ ਨੇ ਕਿਹਾ ਕਿ ਮੈਨੂੰ ਸੰਜੇ ਪੋਪਲੀ ਦਾ ਫੋਨ ਆਇਆ ਸੀ ਕਿ ਮੇਰੇ ਬੇਟੇ ਨੂੰ ਮਾਰਤਾ ਇਹਨਾਂ ਨੇ। ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦਾ ਬਿਆਨ ਆਉਂਦਾ ਹੈ ਕਿ ਇਹ ਸੁਸਾਈਡ ਦੀ ਘਟਨਾ ਹੈ, ਇਹ ਆਪਣੇ ਆਪ ਨੂੰ ਗੋਲੀ ਮਾਰੀ ਹੈ। ਵਿਜੀਲੈਂਸ ਕਹਿੰਦੀ ਹੈ ਅਸੀਂ ਆ ਗਏ ਸੀ, ਅਸੀਂ ਉੱਥੇ ਮੌਜੂਦ ਹੀ ਨਹੀਂ ਸੀ। ਕਿਸ ਪਾਸੇ ਵੱਲ ਇਸ਼ਾਰਾ ਕਰਦੀਆਂ ਨੇ ਇਹ ਸਾਰੀਆਂ ਕੜੀਆਂ? ਤਾਂ ਮਨੋਜ ਰਾਠੀ ਸਾਡੇ ਸਹਿਯੋਗੀ ਕੋਸ਼ਿਸ਼ ਕਰਦੇ ਆ। ਮਨੋਜ, ਮੇਰੀ ਆਵਾਜ਼ ਮਿਲ ਪਾ ਰਹੀ ਹੈ? ਤਾਂ ਕੋਸ਼ਿਸ਼ ਕਰਾਂਗੇ ਮਨੋਜ ਰਾਠੀ ਦੇ ਨਾਲ ਗੱਲਬਾਤ ਕਰਨ ਦੀ। ਉਦੋਂ ਤੱਕ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਜਦੋਂ ਸੰਜੇ ਪੋਪਲੀ ਨੂੰ ਲੈ ਕੇ ਆਂਦਾ ਗਿਆ ਸੀ। ਜਦੋਂ ਸੰਜੇ ਪੋਪਲੀ ਨੂੰ ਉੱਥੋਂ ਲਿਜਾਇਆ ਗਿਆ, ਡਾਕਟਰਾਂ ਨੇ ਜਿਸ ਤਰੀਕੇ ਨਾਲ ਕਿਹਾ ਕਿ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ, ਉਹਨਾਂ ਨੇ ਸਾਡੇ ਤੋਂ ਕੋਈ ਮੈਡੀਸਨ ਨਹੀਂ ਲਈ, ਕੋਈ ਚੈੱਕਅਪ ਨਹੀਂ ਕਰਾਇਆ। 2 ਘੰਟੇ ਤੱਕ ਸੰਜੇ ਪੋਪਲੀ ਨੂੰ ਡਾਕਟਰ ਉੱਥੇ ਕਨਵਿੰਸ ਕਰਦੇ ਰਹੇ, ਪਰ ਉਹ ਨਹੀਂ ਮੰਨੇ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਗਵਰਨਮੈਂਟ ਮੈਡੀਕਲ ਕਾਲਜ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਹੁਣ ਉਹਨਾਂ ਨੂੰ ਸੈਕਟਰ 32 ਲਿਜਾਇਆ ਗਿਆ ਹੈ। ਚੰਡੀਗੜ੍ਹ ਦੇ ਸੈਕਟਰ 32 ਗਵਰਨਮੈਂਟ ਕਾਲਜ, ਗਵਰਨਮੈਂਟ ਮੈਡੀਕਲ ਕਾਲਜ ਤੇ ਹਸਪੀਟਲ ਹੈ ਜਿਹੜਾ ਸੈਕਟਰ 32 ਦਾ, ਉੱਥੇ ਰੈਫਰ ਕੀਤਾ ਗਿਆ ਔਰ ਉੱਥੇ ਹੁਣ ਉਹਨਾਂ ਦਾ ਮੈਡੀਕਲ ਕਰਾਇਆ ਜਾਏਗਾ। ਅੱਜ ਇਸੇ ਦੁਰਘਟਨਾ ਦੇ ਚੱਲਦੇ, ਇਸੇ ਘਟਨਾ ਦੇ ਚੱਲਦੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ। ਅੱਜ ਉਹਨਾਂ ਦਾ ਰਿਮਾਂਡ ਖਤਮ ਹੋਇਆ ਸੀ, ਪਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ ਹੈ ਕਿਉਂਕਿ ਉਹਨਾਂ ਦੇ ਬੇਟੇ ਦੀ ਮੌਤ ਹੋਈ ਹੈ ਔਰ ਦਿਮਾਗੀ ਤੌਰ ਤੇ ਉਹ ਸਟੇਬਲ ਨਹੀਂ, ਜੋ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਕਿ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਨੇ। ਮਨੋਜ ਰਾਠੀ ਇੱਕ ਵਾਰੀ ਸਾਡੇ ਨਾਲ ਫਿਰ ਜੁੜੇ ਨੇ। ਮਨੋਜ, ਜਿਵੇਂ ਸੰਜੇ ਪੋਪਲੀ ਨੂੰ ਅਸੀਂ ਸੁਣ ਰਹੇ ਸੀ, ਕਲੀਅਰ ਕੱਟ ਉਹਨਾਂ ਨੇ ਕਿਹਾ ਕਿ ਆਈ ਐਮ ਦਾ ਆਈ ਵਿਟਨੈਸ, ਮੈਂ ਚਸ਼ਮਦੀਦ ਹਾਂ, ਮੇਰੇ ਸਾਹਮਣੇ ਮੇਰੇ ਬੇਟੇ ਨੂੰ ਮਾਰਿਆ ਗਿਆ, ਮੇਰੇ ਖੜੇ ਤੋਂ ਮੇਰੇ ਬੇਟੇ ਨੂੰ ਮਾਰਿਆ ਗਿਆ। ਇਹ ਗੱਲ ਪੋਪਲੀ ਕਹਿ ਰਹੇ ਨੇ। ਉਹਨਾਂ ਦੀ ਧਰਮ ਪਤਨੀ ਨੇ ਵੀ ਇਹੀ ਗੱਲ ਕਹੀ, ਉਹਨਾਂ ਦੇ ਰਿਸ਼ਤੇਦਾਰ ਨੇ ਵੀ ਇਹੀ ਗੱਲ ਕਹੀ। ਇੱਕ ਵਕੀਲ ਆਉਂਦੇ ਨੇ ਉਹਨਾਂ ਦੇ ਘਰੇ ਮਿਲਣ, ਉਸ ਵੇਲੇ ਜਦੋਂ ਇਹ ਘਟਨਾ ਵਾਪਰੀ ਸੀ, ਉਹ ਬਾਹਰ ਆ ਕੇ ਮੀਡੀਆ ਨਾਲ ਗੱਲ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਮੈਨੂੰ ਸੰਜੇ ਪੋਪਲੀ ਦਾ ਫੋਨ ਆਇਆ ਕਿ ਮੇਰੇ ਬੇਟੇ ਨੂੰ ਮਾਰ ਦਿੱਤਾ ਗਿਆ। ਫਿਰ ਚੰਡੀਗੜ੍ਹ ਪੁਲਿਸ ਦਾ ਬਿਆਨ ਆਉਂਦਾ ਹੈ ਕਿ ਸੁਸਾਈਡ ਹੈ। ਫਿਰ
ਵਿਜੀਲੈਂਸ ਦਾ ਬਿਆਨ ਆਉਂਦਾ ਹੈ ਔਰ ਇੱਕ ਹਿਊਜ ਰਿਕਵਰੀ ਦਾ ਜ਼ਿਕਰ ਹੁੰਦਾ ਹੈ। ਵਾਕਈ ਹਿਊਜ ਰਿਕਵਰੀ ਹੈ, ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਔਰ ਵਿਜੀਲੈਂਸ ਕਹਿੰਦੀ ਹੈ ਕਿ ਸਾਡੇ ਜਾਣ ਤੋਂ ਬਾਅਦ ਇਹ ਘਟਨਾ ਵਾਪਰੀ। ਕੀ ਹੁਣ ਕਿਸ ਪਾਸੇ ਵੱਲ ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਉਹ ਜਾਂਦਾ ਦਿਖ ਰਿਹਾ ਹੈ? ਕਿ ਪਰਿਵਾਰ ਇਸ ਦੀ ਕਿਸੇ ਹਾਇਰ ਅਥਾਰਟੀ ਤੋਂ, ਕਿਸੇ ਹੋਰ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਵੀ ਕਰ ਸਕਦਾ ਹੈ? ਬਿਲਕੁਲ ਵਿਜੇ, ਹੁਣ ਜਿਹੜੀ ਚੀਜ਼ਾਂ ਤੁਸੀਂ ਦੱਸ ਰਹੇ ਹੋ ਕਿ ਪਰਿਵਾਰ ਵਾਲਾ ਜਿਹੜੇ ਵੀ ਫੈਮਿਲੀ ਮੈਂਬਰਸ ਨੇ ਉਹ ਲਗਾਤਾਰ ਇਲਜ਼ਾਮ ਲਾ ਰਹੇ ਸੀ ਵੈਰੀ ਸਟਾਰਟਿੰਗ ਤੋਂ, ਦੁਪਹਿਰ ਤੋਂ ਲੈ ਕੇ, ਤੇ ਹੁਣ ਸੰਜੇ ਪੋਪਲੀ ਵੱਲੋਂ ਇਹ ਵੀ ਕਿਹਾ ਗਿਆ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ, ਅਸੀਂ ਲਗਾਤਾਰ ਗੱਲਬਾਤ ਕੀਤੀ ਕਿ ਮੈਂ ਆਈ ਵਿਟਨੈਸ ਹਾਂ ਤੇ ਮੇਰੇ ਸਾਹਮਣੇ ਖੜ ਕੇ ਮੇਰੇ ਬੇਟੇ ਨੂੰ ਗੋਲੀ ਮਾਰੀ ਗਈ ਹੈ। ਬਹੁਤ ਵੱਡਾ ਬਿਆਨ ਹੈ। ਲੇਕਿਨ ਦੂਜੇ ਪਾਸੇ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਹਿਲ ਕਹਿੰਦੇ ਨਜ਼ਰ ਆਏ ਕਿ ਸੁਸਾਈਡ ਹੈ। ਕਾਰਤਿਕ ਪੋਪਲੀ ਨੇ ਰਾਈਟ ਸਾਈਡ ਤੇ ਸਰ ਤੇ ਗੋਲੀ ਮਾਰ ਕੇ ਉਹਨੇ ਸੁਸਾਈਡ ਕੀਤਾ ਹੈ। ਇਹੀ ਡੀਐਸਪੀ ਵਿਜੀਲੈਂਸ ਜਿਹੜੇ ਅਜੇ ਕੁਮਾਰ ਨੇ, ਜਿਹੜੀ ਸਾਰੀ ਸੁਪਰਵਿਜ਼ਨ 'ਚ ਅੱਜ ਰਿਕਵਰੀ ਹੋਈ ਹੈ, ਜਿਹੜੀ ਵੀ ਲਗਾਤਾਰ 4 ਦਿਨ ਦੇ ਜਿਹੜੇ ਰਿਮਾਂਡ ਸੰਜੇ ਪੋਪਲੀ ਚੱਲ ਰਹੇ ਸੀ, ਡੀਐਸਪੀ ਜਿਹੜੇ ਵਿਜੀਲੈਂਸ ਨੇ ਫਲਾਈਂਗ ਸਕੁਐਡ ਦੇ ਅਜੇ ਕੁਮਾਰ, ਉਹਨਾਂ ਦੀ ਸੁਪਰਵਿਜ਼ਨ 'ਚ ਸਾਰੀ ਇਨਵੈਸਟੀਗੇਸ਼ਨ ਹੋ ਰਹੀ ਸੀ। ਰਿਮਾਂਡ ਦੌਰਾਨ ਜਿਹੜੀ ਵੀ ਸੰਜੇ ਪੋਪਲੀ ਕੋਲੋਂ ਪੁੱਛਗਿੱਛ ਹੋ ਰਹੀ ਸੀ। ਲੇਕਿਨ ਅੱਜ ਜਿਹੜਾ ਵੱਡੀ ਜਿਹੜੀ ਚੀਜ਼ ਹੋਈ ਹੈ, ਵਾਰਦਾਤ ਹੋਈ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਕਈ ਕੁਐਸਚਨਸ ਜਿਹੜੇ ਆ ਉਹ ਖੜੇ ਹੁੰਦੇ ਨੇ। ਕਈ ਕੁਐਸਚਨਸ ਲਗਾਤਾਰ ਹੁਣ ਦੋ ਚੀਜ਼ਾਂ ਹੋ ਰਹੀਆਂ। ਸੰਜੇ ਪੋਪਲੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੈਨੂੰ ਵੀ ਇਹ ਮਾਰਨ ਦੀ ਤਿਆਰੀ ਹੈ ਤੇ ਮੇਰੇ ਸਾਹਮਣੇ ਮੈਂ ਵਿਟਨੈਸ ਹਾਂ, ਆਈ ਐਮ ਦਾ ਆਈ ਵਿਟਨੈਸ, ਕਿ ਮੈਂ ਆਈ ਵਿਟਨੈਸ ਹਾਂ ਕਿ ਮੇਰੇ ਸਾਹਮਣੇ ਮੇਰੇ ਮੁੰਡੇ ਨੂੰ ਗੋਲੀ ਮਾਰੀ ਹੈ। ਬਹੁਤ ਵੱਡਾ ਬਿਆਨ ਹੈ। ਲੇਕਿਨ ਦੂਜੇ ਪਾਸੇ ਡੀਐਸਪੀ ਵਿਜੀਲੈਂਸ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸੀਂ ਤਾਂ ਉੱਥੋਂ ਰਿਕਵਰੀ ਕਰਕੇ ਆ ਚੁੱਕੇ ਸੀ, ਸਾਨੂੰ ਬਾਅਦ 'ਚ ਪਤਾ ਲੱਗਿਆ ਕਿ ਕਾਰਤਿਕ ਪੋਪਲੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਲੇਕਿਨ ਹੁਣ ਸਵਾਲ ਇਹਦੇ ਵਿੱਚ ਕਈ ਨੇ ਕਿ ਆਖਿਰ ਚੰਡੀਗੜ੍ਹ ਪੁਲਿਸ ਹਾਲਾਂਕਿ ਇਹਦੀ ਹੁਣ ਪੂਰੀ ਇਨਵੈਸਟੀਗੇਸ਼ਨ ਕਰੂਗੀ, ਪੂਰੀ ਚੀਜ਼ਾਂ ਕਰੂਗੀ, ਕਿਉਂਕਿ ਉਹਨਾਂ ਦੇ ਵਕੀਲ ਵੱਲੋਂ, ਜਿਹੜੇ ਕਾਰਤਿਕ ਪੋਪਲੀ ਸੰਜੇ ਪੋਪਲੀ ਦੇ ਜਿਹੜੇ ਵਕੀਲ ਨੇ, ਉਹਨਾਂ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਕਿ ਕਈ ਚੀਜ਼ਾਂ ਨੇ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਵੀ ਕਰਨ ਦੀ ਲੋੜ ਹੈ ਤੇ ਅਸੀਂ ਹਾਇਰ ਅਥਾਰਟੀ ਨੂੰ ਵੀ ਕਹਾਂਗੇ ਕਿ ਪੂਰੀ ਇਨਵੈਸਟੀਗੇਸ਼ਨ ਹੋਵੇ ਕਿ ਆਖਿਰ ਇੱਥੇ ਵਿਜੀਲੈਂਸ ਦੇ ਸਾਹਮਣੇ ਇਹ ਸਾਰੀ ਚੀਜ਼ਾਂ ਹੋਈ ਹੈ। ਲੇਕਿਨ ਦੂਜੇ ਪਾਸੇ ਵਿਜੀਲੈਂਸ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਸਾਡੇ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਹੋਈ ਸੀ। ਸੰਜੇ ਪੋਪਲੀ ਨੂੰ ਲੈ ਕੇ ਗਈ ਸੀ, ਉਹਦੇ ਕਹਿਣ ਮੁਤਾਬਿਕ ਉਹਦੇ ਜਿਹੜੇ ਉਸਨੇ ਦੱਸਿਆ ਸੀਗਾ ਕਿ ਹਿਡਨ ਚੀਜ਼ਾਂ ਤੇ ਹਿਡਨ ਜਿਹੜੀ ਸਟੋਰ ਬਣਾਇਆ ਗਿਆ ਉੱਥੋਂ ਰਿਕਵਰੀ ਕਰਕੇ ਅਸੀਂ ਵਾਪਸ ਆ ਗਏ। ਉਸ ਤੋਂ ਬਾਅਦ ਇਹ ਸਾਰੀ ਵਾਰਦਾਤ ਹੋਈ ਹੈ। ਲੇਕਿਨ ਹੁਣ ਜਿਹੜਾ ਬਿਆਨ ਆਇਆ ਹੈ ਐਕਸਕਲੂਸਿਵ ਨਿਊਜ਼ 18 ਤੇ, ਉਹਨਾਂ ਨੇ ਬਿਆਨ ਦਿੱਤਾ ਹੈ ਕਿ ਮੈਂ ਆਈ ਵਿਟਨੈਸ ਹਾਂ ਕਿ ਮੇਰੇ ਸਾਹਮਣੇ ਮੇਰੇ ਬੇਟੇ ਨੂੰ ਉਹਨੇ ਬਹੁਤ ਸਾਡੇ ਜਿਹੜੇ ਸਵਾਲ ਜਿਹੜੇ ਆ ਖੜੇ ਠੀਕ ਹੈ। ਜੋ ਜਿਸ ਦਾ ਬਨੋਦ ਜ਼ਿਕਰ ਕਰ ਰਹੇ ਨੇ, ਜਿਹੜਾ ਸੰਜੇ ਪੋਪਲੀ ਦਾ ਇਹ ਬਿਆਨ ਹੈ, ਇਹ ਇਸ ਵੇਲੇ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ। ਅਸੀਂ ਤੁਹਾਨੂੰ ਵਿਜੀਲੈਂਸ ਦਾ ਦਾਵਾ ਤੇ ਸੰਜੇ ਪੋਪਲੀ ਦਾ ਦੋਵੇਂ ਬਿਆਨ ਦਿਖਾਉਣੇ ਆ ਕਿ ਸੰਜੇ ਪੋਪਲੀ ਨੇ ਕੀ ਕਿਹਾ ਤੇ ਵਿਜੀਲੈਂਸ ਦਾ ਕੀ ਦਾਵਾ ਸੀ। ਵਿਜੀਲੈਂਸ ਨੇ ਕਿਹਾ ਕਿ ਸਾਡੇ ਪਰਤਨ ਤੋਂ ਬਾਅਦ ਦੀ ਘਟਨਾ ਹੈ। ਸੰਜੇ ਪੋਪਲੀ ਨੇ ਕਿਹਾ ਕਿ ਮੇਰੇ ਸਾਹਮਣੇ ਗੋਲੀ ਮਾਰੀ ਗਈ। ਦੋਵੇਂ ਬਿਆਨ ਸੁਣੋ। ਟੀਮ ਹੈ ਜਿਹੜੀ ਉਹ ਰੇਡ ਕਰਕੇ ਵਾਪਸ ਆ ਗਈ ਸੀ ਰਿਕਵਰੀ ਕਰਕੇ। ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ, ਸਾਨੂੰ ਬਹੁਤ ਦੁੱਖ ਹੈ ਇਸ ਇਨਸੀਡੈਂਟ ਦਾ ਔਰ ਅਸੀਂ ਦਿਲੋਂ ਬਹੁਤ ਦੁਖੀ ਹਾਂ ਕਿ ਉਹਨਾਂ ਦੇ ਬੱਚੇ ਦੀ ਇਸ ਤਰ੍ਹਾਂ ਕਰਕੇ ਸਾਨੂੰ ਬਾਅਦ 'ਚ ਪਤਾ ਲੱਗਿਆ ਕਿ ਉਹਦੀ ਡੈਥ ਹੋਣ ਦੀ ਵੀ ਸ਼ਾਇਦ ਖਬਰ ਆ ਗਈ ਹੈ। ਸਾਨੂੰ ਤਾਂ ਇਹ ਟੀਮ ਨੂੰ ਬਾਅਦ 'ਚ ਪਤਾ ਲੱਗਿਆ। ਅਸੀਂ ਤਾਂ ਰਿਕਵਰੀ ਕਰਕੇ ਆ ਗਏ ਸੀਗੇ। ਰਾਦਰ ਰਿਕਵਰੀ ਕਰਨ ਤੋਂ ਬਾਅਦ ਅਸੀਂ ਜਦੋਂ ਆ ਰਹੇ ਸੀਗੇ ਰੌਲਾ ਜਿਹਾ ਪਿਆ ਸੀਗਾ, ਕਿਉਂਕਿ ਘਰ ਵਾਲਿਆਂ ਨੂੰ ਐਂ ਕਿ ਐਡੀ ਵੱਡੀ ਰਿਕਵਰੀ ਹੋ ਰਹੀ ਹੈ, ਐਡੀ ਵੱਡੀ ਰਿਕਵਰੀ ਹੋਈ ਹੈ ਤਾਂ ਉਹਨੂੰ ਨੈਚੁਰਲੀ ਸਾਨੂੰ ਇਹ ਲੱਗਦਾ ਸੀਗਾ ਕਿ ਉਹਨਾਂ ਨੂੰ ਕਾਫੀ ਫਿਕਰਮੰਦ ਹੋਣਗੇ। ਤਾਂ ਸਾਨੂੰ ਤਾਂ ਇੰਨਾ ਹੀ ਪਤਾ ਸੀ, ਅਸੀਂ ਤਾਂ ਟੀਮ ਆਪਣੀ ਰਿਕਵਰੀ ਕਰਨ ਗਏ ਸੀਗੇ। ਰਿਕਵਰੀ ਕਰਨ ਤੋਂ ਬਾਅਦ ਮੈਂ ਆਈ ਵਿਟਨੈਸ ਆ, ਇਹ ਮੈਨੂੰ ਮਾਰਨ ਵਾਸਤੇ ਲੈ ਕੇ ਜਾ ਰਹੇ ਨੇ। ਉਹ ਗਲਤ ਹੈ। ਆਈ ਐਮ ਐਨ ਆਈ ਵਿਟਨੈਸ, ਮੈਨੂੰ ਖੜਾ ਕਰਕੇ ਮਾਰਿਆ ਗਿਆ, ਮੇਰੇ ਖੜਾ ਕਰਕੇ। ਮੈਂ ਆਈ ਵਿਟਨੈਸ ਆ, ਇਹ ਮੈਨੂੰ ਮਾਰਨ ਵਾਸਤੇ ਲੈ ਕੇ ਜਾ ਰਹੇ ਨੇ। ਉਹ ਗਲਤ ਹੈ। ਆਈ ਐਮ ਐਨ ਆਈ ਵਿਟਨੈਸ, ਮੈਨੂੰ ਖੜਾ ਕਰਕੇ ਮਾਰਿਆ ਗਿਆ, ਮੇਰੇ ਖੜਾ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ ਆਉਣੀ ਹੈ।